जज्बाती जिंदगी स्टोरीज 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਰੂਹ ਦਾ ਹਾਣੀ ਦੇ ਨਾਲ। ਰੂਹ ਦਾ ਹਾਣੀ ਕਹਾਣੀ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਡਾਕਟਰ ਇਕਬਾਲ ਸਿੰਘ ਸਕਰੋਦੀ ਜੀ ਦੁਆਰਾ ਲਿਖੀ ਗਈ ਹੈ। ਇਹ ਕਹਾਣੀ ਮੈਂ ਉਹਨਾਂ ਦੀ ਇਜਾਜ਼ਤ ਨਾਲ ਹੀ ਬੋਲ ਰਹੀ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਦਸੰਬਰ ਦਾ ਤੀਜਾ ਹਫ਼ਤਾ ਆਰੰਭ ਹੋ ਚੁੱਕਾ ਸੀ। ਠੰਡ ਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ। ਦੁਪਹਿਰੇ 1-1:30 ਵਜੇ ਤੋਂ ਹੀ ਧੁੰਦ ਨੇ ਸਾਰੇ ਆਲੇ ਦੁਆਲੇ ਵਿੱਚ ਇੱਕ ਗਹਿਰ ਜਿਹੀ ਭਰ ਦਿੱਤੀ ਸੀ। ਠੰਡ ਭਾਵੇਂ ਬਹੁਤ ਜ਼ਿਆਦਾ ਵੱਧ ਚੁੱਕੀ ਸੀ, ਪਰੰਤੂ ਨਿੱਕੇ ਨਿਆਣੇ ਆਪਣੀ ਖੇਡ ਵਿੱਚ ਮਸਤ ਹੋਏ ਠੰਡ ਨੂੰ ਕੀ ਗੌਲਦੇ ਨੇ। ਉਹ ਆਪਣੀਆਂ ਮਾਵਾਂ ਤੇ ਘਰ ਦੇ ਹੋਰ ਜੀਆਂ ਤੋਂ ਅੱਖ ਬਚਾ ਕੇ ਆਪਣੇ ਸੰਗੀ ਸਾਥੀਆਂ ਸੰਗ ਖੇਡਣ ਦਾ ਦਾਅ ਲਾ ਹੀ ਜਾਂਦੇ ਹਨ। ਰਾਧੇ ਸ਼ਾਮ 7 ਸਾਲ ਦਾ ਹੋ ਚੁੱਕਾ ਸੀ। 1 ਦਸੰਬਰ ਤੋਂ ਉਹਨੂੰ 8ਵਾਂ ਵਰ੍ਹਾ ਲੱਗ ਗਿਆ ਸੀ। ਅੱਜ ਵੀ ਉਹ ਬਹੁਤ ਚਿਰ ਮੁਹੱਲੇ ਦੇ ਬਾਲਾਂ ਸੰਗ ਖੇਡਦਾ ਰਿਹਾ ਸੀ। ਖੇਡ ਕੇ ਸ਼ਾਮੀ 5:15 ਵਜੇ ਉਹ ਘਰ ਆ ਵੜਿਆ ਸੀ। ਅਜੇ ਉਸਨੇ ਡਿਊਟੀ ਵਿੱਚ ਪੈਰ ਧਰਿਆ ਹੀ ਸੀ। ਉਹਨੇ ਵੇਖਿਆ ਕਿ ਉਹਦਾ ਦਾਦਾ ਗਿਰਧਾਰੀ ਲਾਲ ਬਾਨ ਦੇ ਮੰਜੇ ਉੱਤੇ ਚੌਂਕੜੀ ਮਾਰੀ ਬੈਠਾ ਸੀ। ਬਾਹਰੋਂ ਖੇਡ ਕੇ ਆਏ ਪੋਤੇ ਨੂੰ ਉਹਨੇ ਹਾਕ ਮਾਰੀ, ਪੁੱਤ ਰਾਧੇ, ਔਰ ਟੂਟੀ ਤੋਂ ਪਾਣੀ ਦੀ ਗੜਵੀ ਭਰ ਕੇ ਮੇਰੇ ਹੱਥਾਂ ਧਵਾ, ਪ੍ਰਸ਼ਾਦਾ ਛਕੀਏ ਫਿਰ। ਜੀ ਲਾਲਾ ਜੀ, ਮੈਂ ਹੁਣੇ ਲੈ ਕੇ ਆਇਆ, ਉਹ ਬੋਲਿਆ। ਗਿਰਧਾਰੀ ਲਾਲ ਨੂੰ ਘਰ ਦੇ ਸਾਰੇ ਜੀ ਲਾਲਾ ਜੀ ਕਹਿ ਕੇ ਹੀ ਸਾਦੇ ਹਨ। ਦਾਦੇ ਦੇ ਹੱਥ ਧਵਾ ਕੇ ਵੱਡੇ ਕਮਰੇ ਅੰਦਰ ਜਾ ਵੜਿਆ। ਰੁਕਮਣੀ ਦੇਵੀ ਨੇ ਮੱਕੀ ਦੀਆਂ 2 ਰੋਟੀਆਂ ਸੇਕ ਕੇ ਥਾਲੀ ਵਿੱਚ ਧਰ ਲਈਆਂ। ਵੱਡੀ ਬਾਟੀ ਵਿੱਚ ਗਰਮ ਸਾਗ ਪਾ ਕੇ ਥਾਲੀ ਲਾਲਾ ਜੀ ਦੇ ਮੰਜੇ ਉੱਤੇ ਰੱਖ ਦਿੱਤੀ। ਲਾਲੇ ਨੇ ਪਹਿਲੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ। ਉਸੇ ਵੇਲੇ ਉਸਦੀ ਰੋਬਦਾਰ ਆਵਾਜ਼ ਸਾਰੇ ਘਰ ਵਿੱਚ ਗੂੰਜੀ, ਆ ਕਿਹੋ ਜਿਹਾ ਸਾਗ ਬਣਾਇਆ? ਨਿਰਾ ਮਿੱਟੀ, 4 ਮਿਰਚਾਂ ਦਾ ਚੱਜ ਨਾ ਪਾ ਦਿਆ ਕਰ। ਰੋਟੀ ਖਾਣ ਦਾ ਵੀ ਕੀ ਸਵਾਦ ਆ ਜੇ ਬੰਦੇ ਦਾ ਚਿੱਤ ਹੀ ਕਰਾਰਾ ਨਾ ਹੋਇਆ। ਉਹ ਚੁੱਲ੍ਹੇ ਮੂਹਰੇ ਬੈਠੀ ਹੀ ਠਠੰਬਰ ਗਈ ਸੀ। ਉਹ ਸਵੇਰੇ 11 ਵਜੇ ਦੀ ਸਾਗ ਧਰਨ ਲੱਗੀ ਸੀ। ਆਥਣ ਦੀ ਰੋਟੀ ਲਾਉਂਦੀ ਨੂੰ ਆਹ ਵੇਲਾ ਆ ਗਿਆ ਸੀ। ਉਹਨੇ ਤਾਂ 2 ਘੜੀਆਂ ਪਿੱਠ ਵੀ ਸਿੱਧੀ ਕਰਕੇ ਨਹੀਂ ਸੀ ਵੇਖੀ। ਜਦੋਂ ਦੀ ਉਹ ਇਸ ਘਰ ਵਿੱਚ ਵਿਆਹੀ ਆਈ ਸੀ, ਉਹਦੇ ਸੱਸ ਸਹੁਰੇ ਤੇ ਘਰ ਵਾਲੇ ਨੇ ਉਹਦੇ ਕਿਸੇ ਵੀ ਕੰਮ ਨੂੰ ਕਦੇ ਵੀ ਸਲਾਹਿਆ ਨਹੀਂ ਸੀ। ਉਲਟਾ ਹਰੇਕ ਕੰਮ ਵਿੱਚ ਕੋਈ ਨਾ ਕੋਈ ਨੁਕਸ ਲੱਭ ਕੇ ਉਸ ਨੂੰ ਮੰਦਾ ਚੰਗਾ ਬੋਲਿਆ ਸੀ, ਭੰਡਿਆ ਹੀ ਸੀ। ਉਸਨੇ ਛੋਟੀ ਪਤੀਲੀ ਵਿੱਚ ਥੋੜ੍ਹਾ ਜਿਹਾ ਗੰਢਾ ਅਤੇ ਹਰੀਆਂ ਮਿਰਚਾਂ ਪਾਈਆਂ। 2 ਬਾਟੀਆਂ ਸਾਗ ਦੀਆਂ ਤੜਕੀਆਂ, ਗਰਮ ਸਾਗ ਇੱਕ ਬਾਟੀ ਵਿੱਚ ਪਾ ਕੇ ਲਾਲਾ ਜੀ ਦੇ ਸਾਹਮਣੇ ਲਿਆ ਰੱਖਿਆ। ਬੜਬੜ ਕਰਦੇ ਲਾਲੇ ਨੇ ਰੋਟੀ ਤਾਂ ਖਾ ਲਈ, ਪਰੰਤੂ ਪਤਨੀ ਨੂੰ ਲੱਗਾ ਜਿਵੇਂ ਉਹਦੀ 6-7 ਘੰਟਿਆਂ ਦੀ ਮਿਹਨਤ ਉੱਤੇ ਗੜੇ ਮਾਰ ਹੋ ਗਈ ਹੋਵੇ। ਉਸਦੇ ਦਾਦੇ ਦਾ ਜਿੰਨਾ ਗਰਮ ਸੁਭਾਅ ਸੀ, ਉਸਦੇ ਪਿਤਾ ਬਾਬੂ ਹੇਮਰਾਜ ਦਾ ਓਨਾ ਹੀ ਨਿੱਘਾ ਸੁਭਾਅ ਸੀ। ਆਪਣੇ ਦਾਦੇ ਦੇ ਮੁਕਾਬਲੇ ਉਸਨੇ ਆਪਣੇ ਪਿਤਾ ਹੇਮਰਾਜ ਨੂੰ ਕਦੇ ਵੀ ਉੱਚੀ ਆਵਾਜ਼ ਵਿੱਚ ਬੋਲਦੇ ਨਹੀਂ ਸੀ ਸੁਣਿਆ। ਉਸਦੀ ਮੰਮੀ ਨੇ ਘਰ ਵਿੱਚ ਜੋ ਵੀ ਬਣਾਉਣਾ, ਉਸਦੇ ਪਿਤਾ ਜੀ ਨੇ ਖੁਸ਼ ਹੋ ਕੇ ਖਾ ਲੈਣਾ। ਉਹ ਤਾਂ ਸਗੋਂ ਆਪਣੀ ਪਤਨੀ ਦੀ ਪ੍ਰਸ਼ੰਸਾ ਕਰਦਾ ਆਖਦਾ ਸੀ, ਨੀਰੂ, ਖੀਰ ਕੀ ਬਣਾਈ ਹੈ, ਬਸ ਸਵਾਦ ਹੀ ਆ ਗਿਆ। ਜਦੋਂ ਵੀ ਤੂੰ ਖੀਰ ਬਣਾਉਣੀ ਆ, ਬਸ ਪੁੱਛ ਨਾ, ਮੂੰਹ ਨਹੀਂ ਲੈਂਦੀ। ਆਪਣੇ ਬਣਾਏ ਭੋਜਨ ਦੀ ਵਡਿਆਈ ਘਰ ਵਾਲੇ ਦੇ ਮੂੰਹੋਂ ਸੁਣ ਕੇ ਉਹ ਬਹੁਤ ਖੁਸ਼ ਹੋ ਜਾਂਦੀ ਸੀ। ਉਹ ਹਰੇਕ ਕੰਮ ਨੂੰ ਚਾਈਂ ਕਰਦੀ, ਘਰ ਨੂੰ ਹਮੇਸ਼ਾ ਬਣਾ ਸਵਾਰ ਕੇ ਰੱਖਦੀ। ਰਾਧੇ ਸ਼ਾਮ ਪੜ੍ਹ ਲੈ ਕੇ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਰ ਲੱਗ ਗਿਆ ਸੀ। ਪਿਛਲੀ 2 ਅਕਤੂਬਰ ਨੂੰ ਇੱਕ ਪੜ੍ਹੀ ਲਿਖੀ, ਸੋਹਣੀ ਸੁਨੱਖੀ, ਉੱਚੀ ਲੰਮੀ, ਕਦਾਵਰ, ਭਰਵੀਂ ਸਿਹਤ ਵਾਲੀ ਇੱਕ ਹੁੰਦੜ ਹੇਲ ਮੁਟਿਆਰ ਸੁਨੈਣਾ ਨਾਲ ਉਸ ਦਾ ਵਿਆਹ ਹੋ ਗਿਆ ਸੀ। ਸੁਨੈਣਾ 2 ਭਰਾਵਾਂ ਦੀ ਲਾਡਲੀ ਭੈਣ ਸੀ। ਉਹਦੇ ਡੈਡੀ ਰਾਮ ਲਾਲ ਵੀ ਉਹਦੀ ਕੋਈ ਗੱਲ ਭੁੰਜੇ ਨਹੀਂ ਸੀ ਡਿੱਗਣ ਦਿੰਦੇ। ਰੱਜੇ ਪੁੱਜੇ ਬਜਾਜੀ ਦੀ ਹੱਟੀ ਕਰਦੇ ਉਹਦੇ ਬਾਊ ਜੀ ਨੇ ਆਪਣੀ ਧੀ ਦੇ ਵਿਆਹ ਦੀ ਤਿਆਰੀ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਰੰਤੂ ਰਾਧੇ ਸ਼ਾਮ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਸੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਾ ਰਿਹਾ ਸੀ। ਉਹ ਬਿਨਾਂ ਦਹੇਜ ਤੋਂ ਵਿਆਹ ਕਰਵਾਉਣ ਦੀ ਆਪਣੀ ਜ਼ਿੱਦ ਉੱਤੇ ਅੜਿਆ ਰਿਹਾ। ਆਖਰ ਉਸ ਦੀ ਵਿਚਾਰਧਾਰਾ ਦੀ ਜਿੱਤ ਹੋਈ। ਸੁਨੈਣਾ ਬੇਸ਼ੱਕ ਇੱਕ ਰੱਜੇ ਪੁੱਜੇ ਖਾਨਦਾਨੀ ਪਰਿਵਾਰ ਵਿੱਚ ਪਲ ਕੇ ਜਵਾਨ ਹੋਈ ਸੀ, ਪਰੰਤੂ ਉਸ ਦੀ ਸਿਆਣੀ ਤੇ ਸੂਝਵਾਨ ਮਾਂ ਨੇ ਘਰ ਦੇ ਹਰੇਕ ਕੰਮ ਵਿੱਚ ਉਸ ਨੂੰ ਨਿਪੁੰਨ ਕੀਤਾ ਹੋਇਆ ਸੀ। 5ਵੀਂ ਜਮਾਤ ਵਿੱਚ ਪੜ੍ਹਦੀ ਧੀ ਨੂੰ ਉਹ ਅਕਸਰ ਆਖਦੀ, ਦੇਖ ਧੀਏ, ਪੜ੍ਹਾਈ ਆਪਣੀ ਥਾਂ, ਘਰ ਨੂੰ ਸੰਭਾਲਣਾ, ਬਣਾਉਣਾ, ਸਵਾਰਨਾ ਆਪਣੀ ਥਾਂ। ਭਾਵੇਂ ਕੁੜੀ ਰਾਜੇ ਦੇ ਘਰ ਵਿਆਹੀ ਜਾਵੇ, ਪਰੰਤੂ ਉਹਦੀ ਕਦਰ ਤਦ ਹੀ ਪੈਂਦੀ ਆ ਜੇ ਉਹ ਚੁੱਲ੍ਹੇ ਚੌਂਕੇ ਦੇ ਕੰਮਕਾਰ ਵਿੱਚ ਸੁਹੰਦਰੀ ਹੋਵੇ। ਮਾਂ ਦੀਆਂ ਇਹੋ ਜਿਹੀਆਂ ਸੂਝ ਭਰੀਆਂ ਗੱਲਾਂ ਨੂੰ ਉਹ ਬਹੁਤ ਹੀ ਗੌਰ ਨਾਲ ਸੁਣਦੀ, ਉਹਨਾਂ ਉੱਤੇ ਅਮਲ ਕਰਦੀ। ਇਸ ਪ੍ਰਕਾਰ ਸੁਨੈਣਾ ਪੜ੍ਹਾਈ ਦੇ ਨਾਲ ਚੁੱਲ੍ਹੇ ਚੌਂਕੇ ਦਾ ਕੰਮ ਕਰਨ ਵਿੱਚ ਵੀ ਪੂਰੀ ਨਿਪੁੰਨ ਹੋ ਗਈ ਸੀ। ਜਿਸ ਦਿਨ ਉਹ ਸਹੁਰੇ ਘਰ ਵਿਆਹ ਕੇ ਆਈ ਸੀ, ਉਸ ਤੋਂ 1 ਹਫ਼ਤੇ ਬਾਅਦ ਹੀ ਉਸਨੇ ਰਸੋਈ ਦੀ ਸਾਰੀ ਜ਼ਿੰਮੇਵਾਰੀ ਆਪ ਸਾਂਭ ਲਈ ਸੀ।
रूह नाल तैयार किते उसके हत्थ दे बने भोजन ती ਉਹਦਾ पति, उसकी छोटी नणद वीरांवली, उसके सस सहुरा हमेशा वडियाई करदे। जेकर दाल सब्जी विच कदे कदाई लूण घट भी पै जांदा तां ਉਹਦੀ सस ਉਹਨੂੰ रसोई विच आके हौली ਜਿਹੀ दस दिंदी, सुनैना पुत्त दाल तां बहुत स्वाद बनाई आ, बस थोड़ा जिहा लूण होर पाउण वाला है। ਨੂੰਹ सस दे प्यार भरे बोलां दा उत्तर दिंदी आखदी, ठीक है मम्मी जी, मैं हुणे पा दिन्नी आ। इस प्रकार ਨੂੰਹ सस दे निੱਘੇ ਸੁਭਾਅ ਕਾਰਨ सारा ही घर भगवान श्री रामचंद्र जी का मंदिर बनया होया सी। उधर राधे श्याम ने तो इक्को गल ठाणी हुई सी कि सुनैना दे हरेक काम की तारीफ ही करनी आ। जे किते किसी काम में कोई ऊणताई भी रह जाती तो वह तद भी उसकी प्रशंसा ही करता सी। मत्थे त्योड़ियां पाउणा तो उसके सुभाव विच ही नहीं सी। भावें पत्नी नूं पति की यह आदत बहुत सिखाउंदी सी, परंतु फिर भी कदे कदे अपने सौण वाले कमरे विच एकांत दे पलां विच अपने माही दे गल गोरियां बाहां दा हार पा के आखदी, मैं क्या सौंदे हो जी। ਉਹ ਇੱਕ ਹੱਥ ਨਾਲ ਉਸਦੇ ਮੱਥੇ ਉੱਤੇ ਆਈ ਲਿਟ ਨੂੰ ਇੱਕ ਪਾਸੇ ਕਰਦਿਆਂ ਆਖਦਾ, ਹਾਂਜੀ ਹਾਂ, ਮੇਰਾ ਤਾਂ ਜਦੋਂ ਦਾ ਵਿਆਹ ਹੋਇਆ ਮੈਂ ਤਾਂ ਆਪਣੀ ਗੋਰੀ ਦੀਆਂ ਹੀ ਸੁਣਦਾ, ਹੋਰ ਤਾਂ ਜੇਕਰ ਕੋਈ ਸੁਣਾਉਣ ਦੀ ਕੋਸ਼ਿਸ਼ ਵੀ ਕਰਦਾ ਤਦ ਆਪਾਂ ਤਾਂ ਕੰਨ ਬੰਦ ਕਰ ਲਈਦੇ ਆ। ਨਾਲ ਹੀ ਉਸਨੇ ਆਪਣੇ ਦੋਵੇਂ ਹੱਥਾਂ ਦੀ ਪਹਿਲੀ ਉਂਗਲ ਨਾਲ ਆਪਣੇ ਕੰਨ ਬੰਦ ਕਰ ਲਏ। ਪਤੀ ਨੂੰ ਅਜਿਹਾ ਕਰਦਿਆਂ ਵੇਖ ਉਹ ਹੱਸ ਕੇ ਲੋਟ-ਪੋਟ ਹੋ ਜਾਂਦੀ। ਖੁਸ਼ੀ ਦੇ ਇਸ ਆਲਮ ਵਿੱਚ ਉਹ ਆਪਣੀ ਗੱਲ ਕਰਨੀ ਹੀ ਭੁੱਲ ਜਾਂਦੀ। ਭਾਵੇਂ ਕੁਝ ਪਲਾਂ ਬਾਅਦ ਸਹਿਜ ਹੋਣ ਉੱਤੇ ਉਸਨੂੰ ਆਪਣੀ ਗੱਲ ਚੇਤੇ ਆਉਣ ਉੱਤੇ ਆਪਣੇ ਮਾਹੀ ਨੂੰ ਦੁਬਾਰਾ ਸੁਣਾਉਣਾ ਚਾਹੁੰਦੀ ਹੁੰਦੀ ਸੀ, ਪਰੰਤੂ ਉਦੋਂ ਤੱਕ ਉਸਦੇ ਰਾਂਝਣ ਨੇ ਜਗਦੀ ਟਿਊਬਲਾਈਟ ਆਫ ਕਰ ਦਿੱਤੀ ਹੁੰਦੀ ਸੀ। ਰਾਤ ਦੇ ਗਾੜੇ ਹਨੇਰੇ ਵਿੱਚ ਉਹਨਾਂ ਦੋਵਾਂ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹਨਾਂ ਨੂੰ ਖੰਭ ਲੱਗੇ ਹੋਣ। ਉਹ ਦੋਵੇਂ ਉੱਚੇ ਅਸਮਾਨ ਵਿੱਚ ਪਿਆਰ ਭਰੀਆਂ ਉਡਾਰੀਆਂ ਲਾਉਂਦੇ ਹੋਣ। ਨੀਲੇ ਅਸਮਾਨ ਵਿੱਚ ਉੱਡਦਿਆਂ ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਕਿਸੇ ਕਲਪਿਤ ਸਵਰਗ ਵਿੱਚ ਆ ਗਏ ਹੋਣ, ਜਿੱਥੇ ਕੇਵਲ ਖੁਸ਼ੀਆਂ ਹੀ ਖੁਸ਼ੀਆਂ ਹਨ, ਪਿਆਰ ਹੀ ਪਿਆਰ ਹੈ। ਇੱਕ ਦੂਜੇ ਦੀਆਂ ਬਾਹਾਂ ਵਿੱਚ ਸਮਾਇਆ ਉਹਨਾਂ ਨੂੰ ਇਉਂ ਆਭਾਸ ਹੋਣ ਲੱਗਦਾ ਜਿਵੇਂ ਇਹ ਰੰਗਲੀ ਰਾਤ ਕਦੇ ਖਤਮ ਹੀ ਨਹੀਂ ਹੋਣੀ। ਐਤਵਾਰ ਦਾ ਦਿਨ ਸੀ। ਸੁਨੈਨਾ ਦੇ ਸੱਸ ਸਹੁਰੇ ਨੇ ਹਲਕਾ ਜਿਹਾ ਨਾਸ਼ਤਾ ਕੀਤਾ। ਉਹ ਸਵੇਰੇ ਸਵੇਰੇ ਦੂਰ ਦੀ ਰਿਸ਼ਤੇਦਾਰੀ ਵਿੱਚ ਮਰਗ ਦੇ ਭੋਗ ਉੱਤੇ ਜਗਰਾਵਾਂ ਚਲੇ ਗਏ ਸਨ। ਘਰ ਵਿੱਚ ਕੋਈ ਹੋਰ ਕੱਚੀ ਸਬਜ਼ੀ ਨਾ ਹੋਣ ਕਰਕੇ ਉਸਨੇ ਕੜੀ ਬਣਾਉਣ ਦਾ ਮਨ ਬਣਾ ਲਿਆ। ਉਸਨੇ ਬੇਸਨ ਘੋਲਿਆ, ਉਹ ਪਕੌੜੇ ਬਣਾਉਣ ਲੱਗ ਪਈ। ਫਿਰ ਉਸਨੇ ਮੱਠੀ ਅੱਗ ਉੱਤੇ ਕੜੀ ਨੂੰ ਕੱਢਣ ਲਈ ਧਰ ਦਿੱਤਾ। ਉਸਨੇ ਤਵਾ ਧਰਿਆ ਹੀ ਸੀ ਕਿ ਉਸੇ ਵੇਲੇ ਰਾਧੇ ਸ਼ਾਮ ਘਰ ਆ ਵੜਿਆ। ਉਹ ਮੂੰਹ ਹਨੇਰੇ ਖਾਲੀ ਪੇਟ ਆਪਣੇ ਦੋਸਤਾਂ ਸੰਗ ਹਾਕੀ ਦਾ ਮੈਚ ਲਾਉਣ ਗਿਆ ਸੀ। ਉਸਨੇ ਆਉਂਦਿਆਂ ਹੀ ਰੋਟੀ ਦੀ ਮੰਗ ਕੀਤੀ। ਪਤਨੀ ਨੇ ਉਸਨੂੰ ਆਖਿਆ, ਤੁਸੀਂ ਸਾਬਣ ਨਾਲ ਹੱਥ ਮੂੰਹ ਧੋ ਕੇ ਆਓ, ਤੁਹਾਡੇ ਆਉਂਦਿਆਂ ਤੱਕ ਮੈਂ ਫੁਲਕੇ ਲਾਉਂਦੀ ਹਾਂ। ਫਿਰ ਇੱਥੇ ਰਸੋਈ ਵਿੱਚ ਮੇਰੇ ਕੋਲ ਹੀ ਬੈਠ ਕੇ ਗਰਮ ਰੋਟੀ ਛਕਿਓ। ਬੇਸ਼ੱਕ ਉਸਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ, ਪਰੰਤੂ ਫਿਰ ਵੀ ਉਸਨੇ ਹੱਥ ਮੂੰਹ ਧੋਤਾ। ਉਹ ਰਸੋਈ ਵਿੱਚ ਬੈਠ ਕੇ ਭੋਜਨ ਛਕਣ ਲੱਗ ਪਿਆ। ਅਜੇ ਉਸਨੇ ਇੱਕ ਦੋ ਬੁਰਕੀਆਂ ਹੀ ਮੂੰਹ ਵਿੱਚ ਪਾਈਆਂ ਸਨ। ਪਤਨੀ ਨੇ ਉਸਨੂੰ ਪੁੱਛਿਆ, ਮੈਂ ਕਿਹਾ ਜੀ, ਕੜੀ ਕਿਹੋ ਜਿਹੀ ਬਣੀ ਆ? ਉਸਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਸਾਹਮਣੇ ਕਰਦਿਆਂ ਕਿਹਾ, ਇੱਕਦਮ ਟਿਪ ਟੌਪ। ਪਤਨੀ ਨੂੰ ਬੜੀ ਖੁਸ਼ੀ ਹੋਈ ਕਿ ਉਹਦੇ ਬਣਾਏ ਭੋਜਨ ਦੀ ਉਹਦਾ ਮਰਦ ਵਡਿਆਈ ਕਰਦਾ ਹੈ। ਅਜੇ ਉਸਨੇ ਖਾਣਾ ਖਤਮ ਹੀ ਕੀਤਾ ਸੀ। ਉਸੇ ਵੇਲੇ ਮੇਨ ਗੇਟ ਦੀ ਘੰਟੀ ਵੱਜ ਉੱਠੀ। ਉਸਨੇ ਗੇਟ ਖੋਲ੍ਹਿਆ ਤਾਂ ਸਾਹਮਣੇ ਉਸਦੀ ਸੱਸ ਤੇ ਸਹੁਰਾ ਭਾਗਵੰਤੀ ਤੇ ਰਾਮ ਲਾਲ ਗੋਇਲ ਖੜੇ ਸਨ। ਉਸਨੇ ਦੋਵਾਂ ਦੇ ਪੈਰੀਂ ਹੱਥ ਲਾਏ, ਦੋਵਾਂ ਨੂੰ ਅੰਦਰ ਲੈ ਆਂਦਾ। ਸੁਨੈਨਾ ਨੂੰ ਆਪਣੇ ਮੰਮੀ ਡੈਡੀ ਨੂੰ ਅਚਾਨਕ ਘਰ ਆਇਆ ਵੇਖ ਕੇ ਖੁਸ਼ੀ ਭਰੀ ਹੈਰਾਨੀ ਹੋਈ। ਉਹ ਦੋਵਾਂ ਨੂੰ ਭੱਜ ਕੇ ਗਲੇ ਮਿਲੀ, ਸੁੱਖ ਸਾਂਦ ਪੁੱਛੀ, ਦੱਸੀ। ਫਿਰ ਉਹ 2 ਗਲਾਸ ਪਾਣੀ ਦੇ ਟਰੇ ਵਿੱਚ ਰੱਖ ਕੇ ਲੈ ਆਈ। ਪਾਣੀ ਪੀ ਕੇ ਉਹਨਾਂ ਸੁਨੈਨਾ ਤੋਂ ਉਹਦੇ ਸੱਸ ਸਹੁਰੇ ਬਾਬਤ ਪੁੱਛਿਆ ਕਿ ਉਹ ਕਿੱਥੇ ਹਨ। ਤਦ ਰਾਧੇ ਸ਼ਾਮ ਨੇ ਦੱਸਿਆ ਕਿ ਉਹ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚ ਜਗਰਾਵਾਂ ਇੱਕ ਭੋਗ ਉੱਤੇ ਗਏ ਹਨ। 15 ਕੁ ਮਿੰਟ ਬਾਅਦ ਸੁਨੈਨਾ ਨੇ ਆਪਣੀ ਮੰਮੀ ਨੂੰ ਪੁੱਛਿਆ, ਮੰਮੀ ਤੁਹਾਡੇ ਲਈ ਪਹਿਲਾਂ ਚਾਹ ਬਣਾ ਦੇਵਾਂ ਜਾਂ ਰੋਟੀ ਪਹਿਲਾਂ ਖਾਣੀ ਆ? ਚਾਹ ਦੀ ਤਾਂ ਐਡੀ ਲੋੜ ਨਹੀਂ ਆ, ਰੋਟੀ ਉਹ ਖਾ ਲੈਂਦੇ ਆ, ਭਾਗਵੰਤੀ ਨੇ ਕਿਹਾ। ਸੁਨੈਨਾ ਉਸ ਵੇਲੇ ਰਸੋਈ ਵਿੱਚ ਜਾ ਕੇ ਫੁਲਕੇ ਲਾਉਣ ਲੱਗ ਪਈ। ਉਹਦੇ ਮੰਮੀ ਡੈਡੀ ਹੱਥ ਧੋ ਕੇ ਡਾਈਨਿੰਗ ਟੇਬਲ ਉੱਤੇ ਆ ਬੈਠੇ। ਰਾਧੇ ਸ਼ਾਮ ਨੇ 2 ਥਾਲੀਆਂ ਵਿੱਚ ਖਾਣਾ ਪਰੋਸ ਕੇ ਉਹਨਾਂ ਸਾਹਮਣੇ ਲਿਆ ਰੱਖਿਆ। ਉਹਦੀ ਮੰਮੀ ਨੇ ਅਜੇ ਪਹਿਲੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ ਹੀ ਸੀ। ਉਸਨੇ ਉਸੇ ਵੇਲੇ ਆਪਣੀ ਧੀ ਨੂੰ ਆਵਾਜ਼ ਮਾਰੀ, ਕੁੜੀਏ ਇੱਧਰ ਆ ਮੇਰੇ ਕੋਲ। ਧੀ ਰਸੋਈ ਵਿੱਚੋਂ ਨਿਕਲ ਕੇ ਲੌਬੀ ਵਿੱਚ ਆ ਗਈ। ਫਿਰ ਬੋਲੀ, ਹਾਂਜੀ ਮੰਮੀ ਜੀ ਦੱਸੋ। ਕੁੜੀਏ ਤੂੰ ਕੜੀ ਬਣਾਈ ਆ, ਦੂਜਿਆਂ ਨੂੰ ਰੋਟੀ ਪਰੋਸਣ ਤੋਂ ਪਹਿਲਾਂ
तू ਇਹਦਾ ਸਵਾਦ ਚੈੱਕ ਕੀਤਾ? ਨਹੀਂ ਮੰਮਾ, ਮੈਂ ਕੜੀ ਤਾਂ ਨਹੀਂ ਖਾ ਕੇ ਦੇਖੀ, ਪਰੰਤੂ ਇਹਨਾਂ ਨੇ ਮੇਰੇ ਕੋਲ ਬਹਿ ਕੇ ਰੋਟੀ ਖਾਧੀ ਆ। ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਕੜੀ ਕਿਹੋ ਜਿਹੀ ਬਣੀ ਆ। ਇਹ ਕਹਿੰਦੇ ਬੜੀ ਸਵਾਦ ਆ, ਧੀ ਨੇ ਕਿਹਾ। ਦੇਖ ਧੀਏ, ਮੇਰਾ ਜਵਾਈ ਤਾਂ ਹੈ ਹੀ ਰੱਬ ਦਾ ਰੂਪ। ਜੇ ਬੰਦਾ ਚੁੱਪ-ਚਾਪ ਰੋਟੀ ਖਾ ਲੈਂਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੀਵੀਂ ਨੇ ਆਪਣੇ ਹੱਥੀਂ ਬਣਾਏ ਖਾਣੇ ਵਿੱਚ ਸੁਧਾਰ ਹੀ ਨਹੀਂ ਕਰਨਾ। ਅੱਜ ਤੋਂ ਬਾਅਦ ਜਦੋਂ ਵੀ ਘਰ ਵਿੱਚ ਕੁਝ ਤਿਆਰ ਕਰੇ, ਸਭ ਤੋਂ ਪਹਿਲਾਂ ਉਸ ਦਾ ਸਵਾਦ ਚੱਖਣਾ। ਘਰ ਵਿੱਚ ਬਣਦੇ ਸਵਾਦੀ ਤੇ ਪੌਸ਼ਟਿਕ ਖਾਣੇ ਨਾਲ ਹੀ ਘਰ ਦੀ ਸਵਾਣੀ ਦੀ ਸ਼ੋਭਾ ਹੁੰਦੀ ਆ, ਮਾਂ ਨੇ ਕਿਹਾ। ਬਾਅਦ ਦੁਪਹਿਰ ਨੀਰੂ ਤੇ ਹੇਮਰਾਜ ਵੀ ਜਗਰਾਵਾਂ ਤੋਂ ਆਪਣੇ ਘਰ ਪਹੁੰਚ ਗਏ। ਘਰ ਵਿੱਚ ਕੁੜਮ-ਕੁੜਮਣੀ ਨੇ ਇਕੱਠਿਆਂ ਬੈਠ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਨੀਰੂ ਨੇ ਬਹੁਤੀਆਂ ਗੱਲਾਂ ਵਿੱਚ ਆਪਣੀ ਨੂੰਹ ਦੀ ਵਡਿਆਈ ਤੇ ਪ੍ਰਸ਼ੰਸਾ ਕੀਤੀ। 5:30 ਵਜੇ ਦੋਵੇਂ ਜੀ ਵਾਪਸ ਜਾਣ ਲਈ ਤਿਆਰ ਹੋ ਗਏ। ਭਾਵੇਂ ਰਾਧੇ ਸ਼ਾਮ ਨੇ ਉਹਨਾਂ ਨੂੰ ਰੁਕਣ ਲਈ ਬਹੁਤ ਜ਼ੋਰ ਲਾਇਆ, ਪਰੰਤੂ ਉਹਨਾਂ ਨੇ ਇੱਕੋ ਗੱਲ ਕਹਿ ਕੇ ਨਿਬੇੜ ਦਿੱਤੀ, ਨਵਾਂ ਸ਼ਹਿਰ ਕਿਹੜਾ ਦੂਰ ਆ, 1 ਘੰਟੇ ਵਿੱਚ ਅਸੀਂ ਆਪਣੇ ਘਰ ਪਹੁੰਚ ਜਾਣਾ। ਰਾਤ ਦਾ ਖਾਣਾ ਖਾ ਕੇ ਰਾਧੇ ਸ਼ਾਮ 10 ਕੁ ਮਿੰਟ ਵਿਹੜੇ ਵਿੱਚ ਘੁੰਮਦਾ ਰਿਹਾ। ਫਿਰ ਉਹ ਆਪਣੇ ਕਮਰੇ ਵਿੱਚ ਇੱਕ ਅੰਗਰੇਜ਼ੀ ਨਾਵਲ ਲੈ ਕੇ ਪੜ੍ਹਨ ਬੈਠ ਗਿਆ। ਰਾਤੀ 8:30 ਵਜੇ ਸੁਨੈਣਾ ਰੋਟੀ ਖਾ ਕੇ ਰਸੋਈ ਦੀ ਸਾਫ਼ ਸਫਾਈ ਕਰਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਆ ਗਈ। ਅੱਗੇ ਤਾਂ ਉਹ ਕਮਰੇ ਵਿੱਚ ਵੜਦੀ ਹੀ ਆਪਣੇ ਰਾਧੇ ਸ਼ਾਮ ਨੂੰ ਆਖਦੀ ਹੁੰਦੀ ਸੀ, ਸ਼ਾਮ ਦੇਵਤਾ ਜੀ, ਛੱਡੋ ਹੁਣ ਇਸ ਪੋਥੀ ਨੂੰ, ਬਥੇਰੀਆਂ ਪੋਥੀਆਂ ਪੜ੍ਹ ਲਈਆਂ ਹੁਣ ਤੱਕ। ਆਹ ਸਾਕਸ਼ਾਤ ਰੂਪ ਵਿੱਚ ਸਜੀ ਹੋਈ ਸੋਹਣੀ ਸੁਨੱਖੀ ਸੁਨੈਣਾ ਦਾ ਇੱਕ-ਇੱਕ ਪੰਨਾ ਪੜ੍ਹਿਆ ਕਰੋ ਹੁਣ, ਜਿਸ ਦੇ ਹਰ ਪੰਨੇ ਦਾ ਵੱਖਰਾ ਰੰਗ ਹੈ, ਹਰ ਪੰਨੇ ਦਾ ਵੱਖਰਾ ਰੂਪ ਹੈ, ਹਰ ਪੰਨੇ ਦਾ ਵੱਖਰਾ ਰਸ ਹੈ, ਜਿਸ ਨੇ ਤੁਹਾਡੇ ਤਨ ਮਨ ਨੂੰ ਆਨੰਦਿਤ ਕਰਨਾ ਹੈ, ਸਵਾਦ ਨਾਲ ਭਰ ਦੇਣਾ ਹੈ। ਪਰੰਤੂ ਅੱਜ ਉਹ ਚੁੱਪਚਾਪ ਆ ਕੇ ਬੈੱਡ ਉੱਤੇ ਲੰਮੀ ਲੇਟ ਗਈ ਸੀ। ਬਸ ਇੰਨਾ ਹੀ ਨਹੀਂ, ਉਸਨੇ ਸਗੋਂ ਪ੍ਰੋਫੈਸਰ ਵੱਲ ਪਿੱਠ ਵੀ ਕਰ ਲਈ ਸੀ। ਇਹ ਸਾਰਾ ਕੁਝ ਵੇਖ ਕੇ ਉਸਨੂੰ ਬੜੀ ਹੈਰਾਨੀ ਹੋਈ ਸੀ ਕਿ ਅੱਜ ਇਹ ਉਲਟੀ ਗੰਗਾ ਪਹੋਈ ਨੂੰ ਕਿਵੇਂ ਵਗ ਤੁਰੀ। ਉਸਨੇ ਪੁਸਤਕ ਬੰਦ ਕਰਕੇ ਮੇਜ਼ ਉੱਤੇ ਰੱਖ ਦਿੱਤੀ। ਉਸਨੇ ਵਹੁਟੀ ਦਾ ਪਿਆਰ ਨਾਲ ਰੱਖਿਆ ਨਾਂ ਸੋਨੂ ਸੋਨੂ ਕਹਿ ਕੇ 2 ਵਾਰੀ ਬੁਲਾਇਆ, ਪਰ ਕੋਈ ਉੱਤਰ ਨਾ ਆਇਆ। ਉਸਦਾ ਮੱਥਾ ਠਣਕਿਆ। ਉਸਨੇ ਇਹ ਤਾਂ ਜਾਣ ਲਿਆ ਸੀ ਕਿ ਮਸਲਾ ਗੰਭੀਰ ਹੈ, ਪਰੰਤੂ ਮਸਲਾ ਹੈ ਕੀ, ਉਸਨੂੰ ਅਜੇ ਤੱਕ ਸਮਝ ਨਹੀਂ ਸੀ ਪਈ। ਉਹ ਉੱਠ ਕੇ ਪਤਨੀ ਦੇ ਕੋਲ ਆ ਬੈਠਾ, ਬਹੁਤ ਹੀ ਪਿਆਰ ਨਾਲ ਉਹਦੇ ਵਾਲਾਂ ਵਿੱਚ ਹੱਥ ਫੇਰਨ ਲੱਗਾ। ਕੁਝ ਪਲ ਬਾਅਦ ਉਹ ਮੂੰਹੋਂ ਬੋਲਿਆ, ਕੀ ਗੱਲ ਬਈ, ਹਰ ਵਕਤ ਕਲੀਆਂ ਵਾਂਗੂ ਮਹਿਕਦਾ ਅਤੇ ਖੁਸ਼ਬੂਆਂ ਵੰਡਦਾ ਖਿੜਿਆ ਚਿਹਰਾ ਅੱਜ ਚੁੱਪ-ਚੁੱਪ ਕਿਉਂ ਹੈ? ਉਹ ਆਪਣੀ ਨਾਰਾਜ਼ਗੀ ਨੂੰ ਖਤਮ ਕਰਨ ਦੇ ਮਕਸਦ ਨਾਲ ਉੱਠ ਕੇ ਬੈਠ ਗਈ। ਫਿਰ ਉਹ ਬੋਲੀ, ਅੱਜ ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਹਾਂ। ਜਦੋਂ ਤੁਹਾਨੂੰ ਦੁਪਹਿਰੇ ਰੋਟੀ ਖਾਂਦਿਆਂ ਪਤਾ ਲੱਗ ਗਿਆ ਸੀ ਕਿ ਕੜੀ ਵਿੱਚ ਲੂਣ ਘੱਟ ਆ, ਤਾਂ ਤੁਸੀਂ ਮੈਨੂੰ ਉਸੇ ਵੇਲੇ ਕਿਹਾ ਕਿਉਂ ਨਹੀਂ ਲੂਣ ਘੱਟ ਆ? ਤੁਸੀਂ ਚੁੱਪ-ਚਾਪ ਖੁਸ਼ ਹੋ ਕੇ ਰੋਟੀ ਖਾ ਲਈ, ਕਿਉਂਕਿ ਤੁਸੀਂ ਆਪਣੀ ਵਹੁਟੀ ਦੇ ਕਿਸੇ ਵੀ ਕੰਮ ਵਿੱਚ ਕੋਈ ਨੁਕਸ ਨਹੀਂ ਸੀ ਕੱਢਣਾ ਚਾਹੁੰਦੇ। ਪਰੰਤੂ ਉਹੀ ਕੜੀ ਪਾ ਕੇ ਜਦੋਂ ਮੈਂ ਮੰਮੀ ਡੈਡੀ ਨੂੰ ਰੋਟੀ ਦਿੱਤੀ, ਮੰਮੀ ਨੇ ਝੱਟ ਮੈਨੂੰ ਆਪਣੇ ਕੋਲ ਬੁਲਾ ਲਿਆ। ਕੜੀ ਵਿੱਚ ਲੂਣ ਘੱਟ ਹੋਣ ਦੀ ਗੱਲ ਦੱਸ ਕੇ ਮੰਮੀ ਨੇ ਮੈਨੂੰ ਡਾਂਟ ਪਾਈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਆ ਕਿ ਮੇਰੀ ਜਨਮਦਾਤੀ ਨੇ ਮੇਰੇ ਬਾਬਲ ਤੇ ਮੇਰੇ ਪਤੀ ਦੇ ਸਾਹਮਣੇ ਮੈਨੂੰ ਡਾਂਟ ਪਾਈ, ਕਿਉਂਕਿ ਮਾਂ ਨੇ ਤਾਂ ਬਚਪਨ ਤੋਂ ਹੀ ਕਦੇ ਪਿਆਰ ਨਾਲ, ਕਦੇ ਡਾਂਟ ਨਾਲ, ਕਦੇ ਚਪੇੜਾਂ ਨਾਲ ਮੈਨੂੰ ਮੱਤ ਦਿੱਤੀ ਸੀ, ਕਿਉਂ ਜੋ ਉਹ ਮੇਰੀ ਮਾਂ ਹੈ। ਜਿਵੇਂ ਮਾਂ ਦਾ ਆਪਣੇ ਧੀ ਪੁੱਤ ਉੱਤੇ ਹੱਕ ਹੁੰਦਾ, ਉਹ ਉਸ ਨੂੰ ਪਿਆਰ, ਡਾਂਟ, ਕੁੱਟ ਨਾਲ ਵਧੀਆ ਤੋਂ ਵਧੀਆ ਇਨਸਾਨ ਬਣਾਵੇ, ਇਸੇ ਤਰ੍ਹਾਂ ਧੀ ਪੁੱਤ ਦਾ ਵੀ ਆਪਣੀ ਮਾਂ ਦੀਆਂ ਝੜਕਾਂ ਤੇ ਚਪੇੜਾਂ ਉੱਤੇ ਹੱਕ ਹੁੰਦਾ ਹੈ। ਪਰੰਤੂ ਜਦੋਂ ਇੱਕ ਮੁਟਿਆਰ ਕੁੜੀ ਕਿਸੇ ਗੱਭਰੂ ਨਾਲ ਵਿਆਹੀ ਜਾਂਦੀ ਆ, ਉਸੇ ਦਿਨ ਤੋਂ ਹੀ ਉਹ ਉਸ ਗੱਭਰੂ ਨੂੰ ਕੇਵਲ ਆਪਣੇ ਸਰੀਰ ਦਾ ਹਾਣੀ ਹੀ ਨਹੀਂ ਮੰਨਦੀ, ਸਗੋਂ ਉਹ ਉਸ ਨੂੰ ਆਪਣੇ ਹਰ ਦੁੱਖ ਸੁੱਖ, ਹਰ ਪਲ, ਹਰ ਸਾਹ ਦਾ ਹਾਣੀ ਮੰਨ ਲੈਂਦੀ ਆ। ਬਿਨਾਂ ਸ਼ੱਕ ਹਰੇਕ ਮੁਟਿਆਰ ਇਹ ਚਾਹੁੰਦੀ ਹੈ ਕਿ ਉਹਦਾ ਗੱਭਰੂ ਉਹਦੇ ਸੋਹਣੇ ਰੰਗ ਰੂਪ ਦੀ, ਉਹਦੇ ਹੁਸਨ ਜਵਾਨੀ ਦੀ, ਉਹਦੇ ਅੰਗੜਾਈਆਂ ਭਰਦੇ ਭਰਪੂਰ ਯੌਵਨ ਦੀ, ਉਹਦੇ ਹਰ ਅੰਗ ਦੀ, ਉਹਦੇ ਹਰ ਚੰਗੇ ਕੰਮ ਦੀ ਤਾਰੀਫ ਤੇ ਪ੍ਰਸ਼ੰਸਾ ਖੁੱਲ੍ਹੇ ਦਿਲ ਨਾਲ ਕਰੇ, ਖੁੱਲ੍ਹੇ ਸ਼ਬਦਾਂ ਵਿੱਚ ਕਰੇ। ਪਰੰਤੂ ਇਸ ਦੇ ਨਾਲ ਦੀ ਨਾਲ ਉਹ ਇਹ ਵੀ ਚਾਹੁੰਦੀ ਆ ਕਿ ਉਹਦੇ ਵੱਲੋਂ ਜਾਣੇ ਅਣਜਾਣੇ ਕੀਤੀ ਗਈ ਕਿਸੇ ਭੁੱਲ ਬਾਰੇ ਵੀ ਉਹਦਾ ਮਰਦ ਉਸ ਨੂੰ ਸੁਚੇਤ ਕਰੇ, ਤਾਂ ਜੋ ਆਪਣੀ ਭੁੱਲ ਨੂੰ ਸੁਧਾਰ ਸਕੇ, ਅਗਾਂਹ ਲਈ ਚੰਗੀ ਬਣ ਸਕੇ। ਪ੍ਰੋਫੈਸਰ ਸਾਹਿਬ, ਮੈਂ ਤੁਹਾਨੂੰ ਆਖਰੀ ਗੱਲ ਇਹ ਆਖਣੀ ਆ ਕਿ ਤੁਸੀਂ ਮੇਰੇ ਕੇਵਲ ਸਰੀਰ ਦੇ ਹੀ ਹਾਣੀ ਨਹੀਂ ਹੋ, ਸਗੋਂ ਰੂਹ ਦੇ ਵੀ ਹਾਣੀ ਹੋ। ਮੇਰੀ ਤੁਹਾਡੀ ਆਤਮਾ ਦੀ ਸਾਂਝ ਹੈ। ਉਹ ਪਤਨੀ ਦੀਆਂ ਗੱਲਾਂ ਸੁਣਨ ਉਪਰੰਤ ਬੋਲਿਆ, ਸੁਨੈਣਾ, ਤੁਸੀਂ ਬਿਲਕੁਲ ਦਰੁਸਤ ਕਿਹਾ ਹੈ। ਮੈਂ ਭਾਵੇਂ ਯੂਨੀਵਰਸਿਟੀ ਵਿੱਚ ਪੜ੍ਹ ਕੇ ਵੱਡੀਆਂ ਵੱਡੀਆਂ ਡਿਗਰੀਆਂ ਤਾਂ ਹਾਸਲ ਕਰ ਲਈਆਂ ਹਨ, ਕਾਲਜ ਵਿੱਚ ਪ੍ਰੋਫੈਸਰ ਵੀ ਲੱਗ ਗਿਆ ਹਾਂ,
ਰੋਜ਼ਾਨਾ ਮੈਂ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਰ ਵੀ ਕਰ ਰਿਹਾ ਹਾਂ, ਪਰੰਤੂ ਮੈਨੂੰ ਇਹ ਅੱਜ ਹੀ ਅਹਿਸਾਸ ਹੋਇਆ ਹੈ ਕਿ ਅਸਲੀ ਗਿਆਨ ਕੇਵਲ ਪਾਠ ਪੁਸਤਕਾਂ ਵਿੱਚੋਂ ਹੀ ਹਾਸਲ ਨਹੀਂ ਕੀਤਾ ਜਾ ਸਕਦਾ, ਸਗੋਂ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਉਣ ਲਈ ਆਪਣੇ ਵੱਡਿਆਂ ਤੋਂ, ਆਪਣੇ ਮਾਂ-ਪਿਓ ਤੋਂ, ਆਪਣੇ ਆਲੇ-ਦੁਆਲੇ ਵਿੱਚੋਂ ਵਿਵਹਾਰਕ ਗਿਆਨ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੈ। ਇਹ ਕਹਿ ਕੇ ਉਹ ਪਤਨੀ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਸਾਫ਼ ਕਰਨ ਲੱਗ ਪਿਆ। ਸੋ ਬੇਸ਼ੱਕ ਲਾਲਾ ਜੀ ਦਾ ਨੁਕਸ ਕੱਢਣ ਵਾਲਾ ਵਤੀਰਾ ਬਿਲਕੁਲ ਸਹੀ ਨਹੀਂ ਹੈ, ਪਰ ਅਸੀਂ ਕਿਸੇ ਆਪਣੇ ਨੂੰ ਬਹੁਤ ਹੀ ਆਪਣੇਪਨ ਨਾਲ, ਪਿਆਰ ਨਾਲ ਗਲਤੀ ਸੁਧਾਰਨ ਲਈ ਕਹਿ ਸਕਦੇ ਹਾਂ। ਇਹ ਰਿਸ਼ਤਿਆਂ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦਾ ਹੈ, ਬਸ ਤਰੀਕਾ ਸਹੀ ਹੋਣਾ ਚਾਹੀਦਾ। ਤੁਹਾਡਾ ਕੀ ਕਹਿਣਾ ਹੈ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ ਦੋਸਤਾਂ ਨਾਲ, ਅਤੇ ਚੈਨਲ ਨੂੰ ਵੀ ਜਲਦੀ ਸਬਸਕ੍ਰਾਈਬ ਕਰ ਲਵੋ ਜੇਕਰ ਹਜੇ ਨਹੀਂ ਕੀਤਾ। ਚੈਨਲ ਉੱਪਰ ਜਾ ਕੇ ਬਾਕੀ ਕਹਾਣੀਆਂ ਦਾ ਵੀ ਆਨੰਦ ਜ਼ਰੂਰ ਲਿਓ। ਉਮੀਦ ਹੈ ਤੁਹਾਨੂੰ ਇਸ ਦੇ ਨਾਲ ਉਹ ਵੀ ਬਹੁਤ ਪਸੰਦ ਆਉਣਗੀਆਂ। ਸੁਣਨ ਲਈ ਬਹੁਤ ਧੰਨਵਾਦ।